सत श्री अकाल जी सारिਆਂ ਨੂੰ ਕੀ ਹਾਲ ਚਾਲ ਨੇ। ਸੋ ਅੱਜ ਅਸੀਂ ਫੇਰ ਕਿਸਾਨ ਅੰਦੋਲਨ ਤੇ ਪਹੁੰਚੇ ਹੋਏ ਆ। ਸੋ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਸਾਡੇ ਪਿੰਡ ਦਾ ਬੋਰਡ। ਪਹੁੰਚ ਗਏ ਅਸੀਂ ਉੱਥੇ, ਸਵੇਰੇ ਚੱਲੇ ਸੀਗੇ। ਇਹ ਸਾਡੇ ਪਿੰਡ ਦਾ ਲੰਗਰ ਹੈ ਜੀ। ਜਦੋਂ ਆਪਾਂ ਕਿਸਾਨ ਅੰਦੋਲਨ ਦੀ ਐਂਟਰੀ ਕਰਦੇ ਹਾਂ ਉਹ ਤੋਂ ਪਹਿਲਾਂ ਹੀ ਆਉਂਦਾ। ਹੁਣ ਲੰਚ ਬੰਦ ਕਰਿਆ ਹੁੰਦਾ ਇਹਨਾਂ ਦਾ, ਮਾਰਨਿੰਗ ਤੇ ਇਵਨਿੰਗ ਹੈ। ਲੰਚ ਟਾਈਮ ਵੀ ਚੱਲਦਾ ਹੁੰਦਾ ਕਿਉਂਕਿ ਹੁਣ 4 ਵਜ ਕੇ ਚਾਹ ਦਾ ਹੀ ਲੰਗਰ ਚੱਲ ਰਿਹਾ। ਅੱਜ ਸਾਡੇ ਨਾਲ ਦੂਜੇ ਦੋਸਤ ਆਏ ਹੋਏ ਆ। ਚੱਲੀਏ ਰਿਪੇਅਰ ਫ੍ਰੀ ਸੇਵਾ। ਜਮਾ ਗੰਦ ਨਹੀਂ ਪਾਏ, ਨਾਲ ਹੀ ਅੱਗ ਵੀ ਲਾ ਰਹੇ ਕਿਤੇ ਵੇਲ ਲੈ। ਹਰਿਆਣੇ ਵਾਲਿਆਂ ਦਾ ਹੁੱਕਾ ਜੋੜਿਆ ਵਾ। ਘੋੜੇ ਦਿਖਾਉਣ ਲੱਗੇ ਹੋਏ ਆ ਜੀ, ਕਾਰਨਾਮੇ। ਚੱਲ ਚੱਲ ਸਿੱਧਾ ਚੱਲ। ਇੱਧਰ ਨੂੰ ਮਿਲਣਗੇ, ਇੱਧਰ ਨੂੰ ਜੇ ਗੱਡੀ ਜਾਏ ਉਹ ਇੱਧਰ ਨੂੰ ਮਿਲਣਗੇ। ਇੰਨਾ ਸਖਾਰਾ ਨਹੀਂ ਹੈਗਾ, ਇੰਨੀ ਛੇਤੀ ਨਹੀਂ ਮੁੜਨੇ ਵਾਲਾ ਕੰਮ। ਪੰਪ ਤੇ ਵੀ ਡੇਰੇ ਲਾਗੇ। ਜਦੋਂ ਮੈਂ ਪਿਛਲੀ ਵਾਰੀ ਆਇਆ ਸੀਗਾ ਨਾ, ਮਤਲਬ ਥੋੜਾ ਜਿਹਾ ਇੱਥੇ ਕਿਤੇ ਸੀਗਾ ਕੰਮ ਸਟਾਰਟ ਹੁੰਦਾ। ਹੁਣ ਤਾਂ ਕਾਫੀ ਜ਼ਿਆਦਾ ਰਸ਼ ਵੱਧ ਗਿਆ ਪਹਿਲਾਂ ਨਾਲ ਤੇ। ਤਰ੍ਹਾਂ ਦਾ ਲੰਗਰ ਆਈਏ ਤੇ ਹਰ ਤਰ੍ਹਾਂ ਦਾ ਡਕਾਉਂਦਾ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਪੰਜਾਬ। ਕੂਚ ਪਿੰਡ ਰਾਜੋਗੇ, ਜ਼ਿਲ੍ਹਾ ਤਰਨਤਾਰਨ। ਵਾਹ ਕਮਾਲ ਫੋਟੋ ਬਣਾਈ ਇਹਨਾਂ ਨੇ, ਬਹੁਤ ਸਿਰਾ। ਬਾਬਾ ਕਿਸਾਨ ਯੂਨੀਅਨ ਦਾ ਮੁੱਖ ਦਫ਼ਤਰ ਹੈ। ਬਹੁਤ ਜ਼ਿਆਦਾ ਇਕੱਠ ਹੈ, ਬਹੁਤ ਜ਼ਿਆਦਾ। ਪੰਜਾਬ ਵਾਲਿਆਂ ਨੂੰ ਤਾਂ ਐ ਚਾਅ ਚੜਿਆ ਵਿੱਚ ਕਿਹੜਾ ਵਿਆਹ ਨੂੰ ਚੱਲੇ ਹੁੰਦੇ। ਸਾਰਾ ਪੰਜਾਬ ਹੈ ਨਾ, ਤੇ ਬੱਸਾਂ ਭਰ ਕੇ, ਗੱਡੀਆਂ, ਟਰੱਕ, ਹਰ ਚੀਜ਼। ਮਤਲਬ ਕੋਈ ਜਿਹਦੇ ਕੋਲ ਜਿਹੜਾ ਜਿੱਦਾਂ ਦਾ ਸਾਧਨ ਹੈ ਉੱਦਾਂ ਦਾ ਸਾਧਨ ਲੈ ਕੇ ਅਗਲਾ ਦਿੱਲੀ ਪਹੁੰਚ ਰਿਹਾ।
ਵੈਸੇ ਪਹੁੰਚਣਾ ਵੀ ਚਾਹੀਦਾ, ਵਧੀਆ ਗੱਲ ਆ ਨਾ। ਅੱਜ ਸਾਡੇ ਨਾਲ ਚਰਨਜੀਤ ਹੈ, ਇਹਨਾਂ ਨੂੰ ਅਸੀਂ ਦਿਖਾਉਣ ਲਿਆਏ ਆ ਕਿਸਾਨ ਅੰਦੋਲਨ। ਆ ਪਿੱਛੇ 3 ਮੁੰਡੇ ਹੋਰ ਖੜੇ ਸਾਡੇ ਬੜੇ ਵੀਰ ਉਮੀਦ ਵਿਗਿਆਨੀ ਹਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਉਹਨਾਂ ਨੂੰ ਬੇਨਤੀ ਹੈ ਕਿ ਜੋ ਅੱਧਾ ਪਾਰ ਕਰ ਲਾਂਗੇ, ਮੁੰਡੇ ਲੈ ਕੇ ਚੱਲਾਂਗੇ। ਉਹ ਅੱਧਾ ਪਾਰ ਕਰਕੇ ਪਾਰ ਲੋ ਜੀ ਇਹ ਕਿਸਾਨ ਮੋਰਚੇ ਤੇ ਮਾਰਕੀਟ ਲੱਗ ਗਈ ਆ ਪੂਰੀ। ਦੇਖੋ ਜੀ ਸੇਲਾਂ, ਰੇੜੀਆਂ, ਕਹਿੰਦੇ ਜੀ ਸੇਲ ਕਾਫੀ ਵੱਧ ਗਈ ਪਹਿਲਾਂ ਨਾਲ ਤੋਂ। ਕਹਿੰਦੇ ਆ ਦੇਖੋ ਇਦਾਂ ਗਾਜ 1.5 ਗਜ ਦੀ ਦੂਰੀ ਤੇ ਬਿਲਕੁਲ ਸਾਹਮਣੇ ਬੈਠਾ, ਸਾਰੇ ਬੁਲਾਰਿਆਂ ਨੂੰ ਸੁਣਿਆ। ਕਾਰਨ ਉਹਦਾ ਸਾਫ਼ ਹੀ ਹੈ ਵੀ ਕੋਈ ਵੀ ਵੇਖੋ ਜਿਹੜਾ ਬੰਦਾ ਇੱਥੇ ਇੰਨੇ ਦਿਨਾਂ ਦਾ ਮੋਰਚੇ 'ਚ ਬੈਠਾ, ਸਾਰੇ ਬੁਲਾਰਿਆਂ ਨੂੰ ਸੁਣ ਰਿਹਾ, ਕੋਈ ਘੁੰਮ ਨਹੀਂ ਰਿਹਾ। ਕੱਲੀ ਕੱਲੀ ਗੱਲ ਦਾ ਬੁਲਾਰੇ ਦੀ ਦਾ ਜਾਂ ਬੁਲਾਰੇ ਨੇ ਜੋ ਕੱਲ ਮੋਦੀ ਸਰਕਾਰ ਨੇ ਮੀਟਿੰਗ ਦੇ ਵਿੱਚ ਲਿਖਿਤ ਰਵੱਈਆ ਆਇਆ, ਕਿਸਾਨਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ, ਇਹ ਕਹਿ ਕੇ ਵੀ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਇਹ ਸਾਰੀਆਂ ਗੱਲਾਂ ਦਾ ਉਹਦੇ ਤੇ ਅਸਰ ਹੋ ਸਕਦਾ। ਕੋਈ ਵੀ ਜਿਹੜਾ ਨੌਜਵਾਨ ਹੈ, ਜਿਹੜਾ ਸੰਵੇਦਨਸ਼ੀਲ ਨੌਜਵਾਨ ਹੁੰਦਾ, ਉਹਦੇ ਅਸਰ ਹੁੰਦਾ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜੇ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਦਾ ਜਿਹੜਾ ਸਰਕਾਰ ਦਾ ਇੰਨੇ ਦਿਨਾਂ ਦਾ 40 ਦਿਨਾਂ ਤੋਂ ਵੱਧ ਦਾ ਕਿਸਾਨਾਂ ਨੂੰ ਇੱਥੇ ਲਮਕਾਉਣਾ, ਉਹਨਾਂ ਨੂੰ ਠੰਡ ਦੇ ਵਿੱਚ, ਬਾਰਿਸ਼ ਦੇ ਵਿੱਚ ਹੈਰਾਨ ਕਰਨਾ, ਸਰਕਾਰ ਦੇ ਰਵੱਈਏ ਦਾ ਉਹਦੇ ਸਦਮ ਸਿੱਧਾ ਅਸੀਂ ਸਮਝਦੇ ਹਾਂ ਵੀ ਉਹਦੇ ਤੇ ਅਸਰ ਹੋਇਆ ਤੇ ਉਹਦੇ ਲਈ ਕਾਰਨ ਬਣਿਆ। ਉਹਦੇ ਲਈ ਹਾਲਾਤ, ਜਿਹੜੀ ਹਾਲਤ ਸੀਗੀ ਉਸ ਵੇਲੇ ਇਹੋ ਜਿਹੀ ਸੀ ਨੌਜਵਾਨ ਦੀ, ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਜਦੋਂ ਉਹਨੂੰ ਲੈ ਕੇ ਜਾ ਰਹੇ ਨੇ ਨੌਜਵਾਨ ਨੂੰ, ਜਦੋਂ ਜ਼ਹਿਰੀਲੀ ਵਸਤੂ ਨਿਕਲੀ ਆ, ਇਹੋ ਜਿਹੀ ਹਾਲਤ ਸੀ ਤੇ ਕਿਹੜੇ ਹਸਪਤਾਲ ਦੇ ਵਿੱਚ ਉਹਨਾਂ ਨੇ ਭਰਤੀ ਕਰਵਾਇਆ? ਦੇਖੋ ਜੀ, ਜਦੋਂ ਉਹਦੀ ਹਾਲਤ ਇੱਥੋਂ ਲੈ ਕੇ ਗਿਆ, ਸਾਰੇ ਕੱਟ 'ਚੋਂ ਲੈ ਕੇ ਗਿਆ ਸਾਰੇ ਦੇ ਸਾਹਮਣੇ, ਉਹ ਆਪਦੇ ਆਪ ਤੁਰ ਕੇ ਨਹੀਂ ਐਂਬੂਲੈਂਸ 'ਚ ਬੈਠਾ, ਉਹ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਕਿ ਚੱਕ ਕੇ ਉਹਨਾਂ ਨੂੰ 3-4 ਬੰਦਿਆਂ ਨੇ ਚੱਕ ਕੇ ਹੀ ਐਂਬੂਲੈਂਸ ਦੇ ਵਿੱਚ ਪਾਇਆ। ਮੂੰਹ ਜਿਹਦੇ ਵਿੱਚੋਂ ਝੱਗ ਆ ਰਹੀ ਸੀਗੀ ਤੇ ਇੱਥੇ ਕੋਈ ਨੇੜੇ ਦਾ ਜਿਹੜਾ ਹਸਪਤਾਲ ਹੈਗਾ ਕੋਈ, ਇਹ ਨਹੀਂ ਸਾਨੂੰ ਪਤਾ ਲੱਗਿਆ ਕਿਹੜੇ ਹਸਪਤਾਲ 'ਚ ਲੈ ਕੇ ਗਿਆ। ਜੋ ਵੀ ਨੇੜੇ ਦਾ ਉਪਲਬਧ ਹਸਪਤਾਲ ਹੈ ਉਹਦੇ ਵਿੱਚ ਉਹਨੂੰ ਲੈ ਕੇ ਗਿਆ, ਪਰ ਉਹਦੀ ਜਿੰਨੀ ਹਾਲਤ ਸੀਗੀ, ਜਿਹੇ ਜੀ ਉਹਦੀ ਕੋਈ ਸੁਰਤ ਨਹੀਂ ਸੀਗੀ, ਉਹਨੂੰ ਚੱਕ ਕੇ ਪਾਇਆ। ਸਾਨੂੰ ਨਹੀਂ ਲੱਗਦਾ ਵੀ ਉਹ ਬਚ ਸਕੂਗਾ। ਹੁਣ ਤੱਕ ਜਿਹੜੇ 80 ਦੇ ਜਿਹੜੇ ਕਰੀਬ 80 ਤੋਂ ਉੱਪਰ ਹੀ ਕਹਿ ਸਕਦੇ ਆ ਕਿ ਜਿਹੜੇ ਸ਼ਹੀਦੀਆਂ ਪਾ ਚੁੱਕੇ ਨੇ, ਸ਼ਹਾਦਤ ਦਾ ਜਾਮ ਪੀ ਗਏ ਇਸ ਅੰਦੋਲਨ ਦੇ ਵਿੱਚ। ਬਾਬਾ ਰਾਮ ਸਿੰਘ ਨੇ ਖੁਦਕੁਸ਼ੀ ਕੀਤੀ, ਉਸ ਤੋਂ ਬਾਅਦ ਜਿਹੜਾ ਤਿੱਕਰੀ ਬਾਰਡਰ ਦੇ ਇੱਕ ਵਕੀਲ ਨੇ ਵੀ ਆਪਣੇ ਆਪ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰੀ। ਇੱਥੇ ਵੀ ਅਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਹਾਲੇ ਵੀ ਸਰਕਾਰ ਦਾ ਰਵੱਈਆ ਉਹੀ ਆ। ਦੇਖੋ ਜੀ, ਕੋਈ ਵੀ ਜਦੋਂ ਆਪਣੀ ਜੀਵਨ ਲੀਲਾ ਖਤਮ ਕਰਦਾ ਜਾਂ ਕੋਈ ਇਹੋ ਜਿਹਾ ਕਦਮ ਚੱਕਦਾ, ਕੋਈ ਬੰਦਾ ਖੁਸ਼ ਹੋ ਕੇ, ਆਪਾਂ ਜੇ ਮਾੜੀ ਜਿਹੀ ਵੀ ਆਪਣੇ ਸੇਕ ਲੱਗ ਜੇ ਨਾ, ਆਪਾਂ ਮਤਲਬ ਹੱਥ ਪਿੱਛੇ ਨੂੰ ਖਿੱਚਦੇ, ਆਪਾਂ ਮਾੜਾ ਜਿਹਾ ਸੇਕ, ਸੂਈ ਦਾ ਸੇਕ ਵੀ ਨਹੀਂ ਸਹਾਰਦੇ। ਜੇ ਬੰਦਾ ਐਡਾ ਵੱਡਾ ਕਦਮ ਚੱਕਦਾ, ਸਾਫ਼ ਹੈ ਵੀ ਉਹਨੂੰ ਜਿਹੜਾ ਹਾਲਤਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਹੁੰਦਾ। ਸੋ ਇਸ ਕਰਕੇ ਵੀ ਉਹਨਾਂ ਨੂੰ ਵੀ ਜਿਹੜਾ ਬੰਦੇ ਨੇ ਸੁਣਿਆ ਇੱਥੇ ਇੰਨੇ ਦਿਨਾਂ ਦਾ ਮੋਰਚੇ 'ਚ ਬੈਠਾ, ਤੇ ਉਹ ਜਿਹੜੀਆਂ ਇੱਥੇ ਹਾਲਤਾਂ ਬਣੀਆਂ ਨੇ ਜਾਂ ਸਰਕਾਰ ਨੇ ਬਣਾਈਆਂ ਨੇ, ਉਹ ਹਾਲਤਾਂ ਹੀ ਉਹਨੂੰ ਇਸ ਸਟੈਪ ਲਈ ਮਜਬੂਰ ਕੀਤਾ। ਤੇ ਇਸ ਕਰਕੇ ਮੋਦੀ ਸਰਕਾਰ ਅਸੀਂ ਸਮਝਦੇ ਹਾਂ ਵੀ ਇਹ ਉਹਦਾ ਖੁਦਕੁਸ਼ੀ ਨਹੀਂ। तेरी प्यारे जिन्ना व्यास जी का नाम लिया, नानक नाम चढ़ती कला तेरे बाणे सर्वत दा भला। वाहिगुरू जी का खालसा, वाहिगुरू जी की फतेह। होरा वाहिगुरू जी का खालसा, वाहिगुरू जी की फतेह। ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਪੰਜਾਬ ਵਾਲੇ ਪ੍ਰਸ਼ਾਦਾ ਘੱਟ ਸਕਦੇ ਆ ਉਰੇ, ਸਵੇਰੇ ਸ਼ਾਮ ਜਦੋਂ ਮਰਜ਼ੀ ਦੇਖੋ। ਮੈਕਸਿਮਮ ਬੰਦੇ ਬਾਹਰ ਦੇ ਆ, ਜਿਹੜੇ ਦਿੱਲੀ ਦੇ ਲੋਕਲ ਆ, ਸ਼ਾਇਦ ਇੱਥੋਂ ਦੇ ਬੇਰੁਜ਼ਗਾਰੀ ਜਿਹੜੇ ਹੈਗੇ ਆ, ਜਾਂ ਜਿਵੇਂ ਕੋਈ ਰੇਹੜੀਆਂ ਵਾਲੇ ਹੋ ਗਏ, ਸਾਰੇ ਮੈਕਸਿਮਮ ਬੰਦੇ ਉਹ ਆ ਜਿਹੜੇ ਪ੍ਰਸ਼ਾਦਾ ਛਕਦੇ ਆ। ਪੰਜਾਬ ਵਾਲੇ ਤਾਂ ਬਹੁਤ ਘੱਟ ਆਪਣੇ ਆਪਣੇ ਲੰਗਰ ਛਕਦੇ ਆ ਸਾਰੇ ਪ੍ਰਸ਼ਾਦਾ। ਮਾਰੀ ਵੀਰੇ ਮਾੜਾ ਜਾ, ਚਲਾਈ ਮਾੜਾ ਜਾ, ਚਲਾਈ ਮਾਰ ਯਾਰ, ਲੰਘ ਜਾਣਾ ਅਸੀਂ ਇਹਨੇ ਨੂੰ। ਲੋ ਜੀ, ਹੁਣ ਅਸੀਂ ਸਵੇਰੇ ਵਾਸਤੇ ਫਿੰਗਰਸ ਬਣਾਉਣੀ ਆ, ਉਹਨਾਂ ਦੀ ਤਿਆਰੀ ਚੱਲ ਰਹੀ ਆ। ਆ 2 ਬੰਦੇ ਸਾਡੇ ਲੱਗੇ ਹੋਏ ਆ ਕੰਟੀਨਿਊ ਕੱਢਣ।
2 ਬੰਦੇ ਸਾਡੇ ਗੱਡੀ 'ਚ ਜਾ ਕੇ ਸੌਂ ਗਏ। ਸਵੇਰੇ ਗਰਮ ਗਰਮ ਪਕੌੜੇ ਖਿਲਾਵਾਂਗੇ ਸਾਰਿਆਂ ਨੂੰ। ਛੱਬੀ ਨੂੰ ਬਈ ਪੂਰੀ ਤਿਆਰੀ ਹੋਣਾ ਆਪਾਂ। ਛੱਬੀ ਨੂੰ ਤੁਸੀਂ ਕਰੋਗੇ। ਇਕੱਠ ਬਹੁਤ ਹੋ ਜਾਣਾ ਫਿਰ। ਮੇਰੇ ਖਿਆਲ ਨਾਲ ਛੱਬੀ ਤੋਂ ਪਹਿਲਾਂ ਕੰਮ ਮੁੱਕ ਲੈਣਾ। ਮੁੱਕਣਾ ਚਾਹੀਦਾ ਵਾ। ਰੀਅਲ ਪੰਜਾਬੀ ਢਾਬਾ ਜਾਂ ਗੋਲਡਨ ਹੱਟ, ਇਹਨਾਂ ਨੇ ਜੀ ਲਾਤਾ ਨੋ ਕਸਟਮਰ ਓਨਲੀ ਫਾਰਮਰਸ। ਉਹ ਲੱਗਿਆ ਹੋਇਆ ਬੋਰਡ 24 ਘੰਟੇ ਕੰਪਨੀ ਸੀਗੀ ਸਾਰੇ ਫਾਰਮਰਸ ਲਈ। ਹੋ ਜੀ ਮਾਰਨਿੰਗ ਬ੍ਰੇਕਫਾਸਟ ਤਿਆਰ ਕਰਨੇ ਲਈ, ਲੰਚ ਤੇ ਬ੍ਰੇਕਫਾਸਟ ਦੀ ਸਬਜ਼ੀ ਲਈ ਤਿਆਰ ਕਰ ਰਹੇ ਆ ਮੁੰਡੇ। ਗਾਜਰਾਂ ਵੱਢ ਰਹੇ ਆ, ਮੈਂ ਵੀ ਵੱਢ ਰਿਹਾ ਸੀਗਾ। ਅੱਜ ਇੰਨਾ ਸਾਡਾ ਸਾਰੇ ਨਾਲੇ ਇੰਜੋਏ ਕਰ ਰਹੇ ਆ, ਨਾਲੇ ਗਾਜਰਾਂ ਵੱਢ ਰਹੇ ਆ। ਮੈਂ ਕਿਹਾ ਗਾਜਰ ਉਹ ਕਿੱਥੇ ਜਾਂਦੀ ਬਿਮਾਰੀ ਕਿਆ ਹੋ ਗਿਆ ਤੈਨੂੰ ਨਹੀਂ ਗਾਣੀ ਉਹਨਾਂ ਨੇ ਗਾਣੀ ਮਿਕਸ ਵੈਜ ਬਣੂਗੀ ਅੱਜ। ਹਾਂਜੀ, ਸਵੇਰ ਦੀ ਚਾਹ ਨਾਲ ਪਕੌੜੇ ਤੇ ਪਿੰਨੀਆਂ ਨਾਲ ਚਾਹ ਚੱਲ ਰਹੀ ਆ, ਪਾਣੀ ਦੀ ਪੇਟੀ ਪਈ ਆ। ਇੱਧਰ ਸਾਡੀਆਂ ਗਾਜਰਾਂ ਨਿਬੜ ਗਈਆਂ ਬਸ, ਅਸੀਂ ਰੋਟੀ ਵੀ ਕੱਟਦੀ। ਹੁਣ ਅਸੀਂ ਅੱਗੇ ਚੱਲੇ ਧਰਨੇ ਦੇ, ਲੰਗਰ ਚੱਲ ਰਿਹਾ ਪੂਰਾ ਜੋਰਾਂ ਸ਼ੋਰਾਂ ਤੇ। ਲੋ ਅੱਜ ਅਸੀਂ ਆਏ ਸੀਗੇ ਟਿੱਕਰੀ ਬਾਰਡਰ ਤੇ। ਟਿੱਕਰੀ ਬਾਰਡਰ ਤੇ ਵੀ ਬਹੁਤ ਜ਼ਿਆਦਾ ਇਕੱਠ ਹੈ ਜੀ। ਆਪਣਾ 20-25 ਕਿਲੋਮੀਟਰ ਦੇ ਕਰੀਬ ਤਾਂ ਲਾਈਨ 'ਚ ਟਰਾਲੀਆਂ ਖੜੀਆਂ। ਇਹਦਾ ਪੰਜਾਬ ਸਰਕਾਰ ਦੇ ਨਾਅਰੇ ਲਾਉਣ ਲੱਗ ਗਈਆਂ। ਟਿੱਕਰੀ ਬਾਟੇ ਆ ਦੇਖਿਆ ਸੀ ਪਿਛਲੇ ਪਾਸੇ ਜਿੰਨਾ ਕੁਆਰਾ ਉਹ ਤੁਹਾਨੂੰ ਡੱਕਣ ਵਾਸਤੇ ਲਾਇਆ ਹੋਇਆ ਇੱਥੇ। ਇਹ ਹੈ ਜੀ ਟਿੱਕਰੀ ਬਾਰਡਰ। ਵੱਡੇ ਵੱਡੇ ਪਾਲਾ ਉਹ ਲਿਆ ਕੇ ਮਿੱਟੀ ਨਾਲ ਭਰ ਕੇ ਇਧਰਲੇ ਪਾਸੇ ਲਾਏ ਹੋਏ ਨੇ। ਇੱਕ ਵੱਖਰਾ ਵਕਤ ਸੀ, ਇਸ ਕਰਕੇ ਲਿਖਦਾ ਹੈ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਫੌਜਾਂ ਦੋਹਰੀ ਪਾਸੇ ਪੰਪ ਸੇ ਭਾਰੀਆਂ ਨੇ ਉਹਦੇ ਘੋੜਿਆਂ ਤੋਂ ਸਵਾਰ ਕੇ ਓਏ ਹਾਥੀ ਦੇਖਦੇ ਸੜੇ ਹਮਾਰੀਆਂ ਨੇ। ਉਹਦੇ ਹੁੰਦੀ ਸਰਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਲਿਖਦਾ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਹਿੰਦਾ ਜੇ ਹੁੰਦੀ ਸਰਕਾਰ ਤੇ ਮੁੱਲ ਪਾਉਂਦੀ ਉਹ ਜਿਹੜੀਆਂ ਖਾਲਸੇ ਨੇ ਟੇਕਾ ਮਾਰੀਆਂ ਨੇ। ਇਸ ਕਰਕੇ ਸਤਿ ਸ੍ਰੀ ਅਕਾਲ। ਇਸ ਕਰਕੇ ਉਹ ਛਾਇਆ ਲਿਖਦਾ ਨਾ ਤਖਤ ਜਾਂ ਤਖਤਾ ਕਰਤਾਰ ਸਿੰਘਾ। 2 ਚੀਜ਼ਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਹਾਰ ਤੁਹਾਨੂੰ ਜ਼ਰੂਰ ਪਏਗਾ। ਹਾਰ ਬਣਾ ਕੇ ਰੱਖਿਆ ਪਰ ਤੁਹਾਨੂੰ ਹਾਰ ਜ਼ਰੂਰ ਪਏਗਾ। ਪਰ ਮੈਂ ਏਜੰਸੀਆਂ ਨੂੰ ਦੱਸਣਾ ਚਾਹੁੰਦਾ ਹਾਰ ਸਾਨੂੰ ਪਏਗਾ। ਉਹ ਜਾਂ ਸਾਡੀਆਂ ਡੈਡ ਬੋਡੀਆਂ ਤੇ ਹਾਰ ਪੈਣਗੇ ਤੇ ਜਾਂ ਸਾਡੇ ਜਿੱਤ ਦੇ ਝੰਡੇ ਵਜਾਏ ਕੇ ਚਲੋਗੇ। ਹਾਰ ਉਦੋਂ ਵੀ ਤੁਹਾਡੇ ਗੱਲ ਪੈਣੇ ਨੇ। ਇਹ ਗੱਲ ਦਾਅਵੇ ਨਾਲ ਮੈਂ ਕਹਿਣਾ। ਹੁਣ ਮੈਂ ਬੇਨਤੀ ਕਰਦਾ, ਆਖਰੀ ਜੰਗ ਆਪਾਂ ਲੜਨੀ ਹੈ। ਜਿੰਨੇ ਵੀ ਤੁਹਾਡੇ ਕੋਲ ਸੋਰਸ ਆ, ਉਹ ਜਿੰਨੀਆਂ ਜਥੇਬੰਦੀਆਂ ਦੀਆਂ ਜਿੰਨੇ ਵੀ ਆਪਾਂ ਇਹ ਜੰਗ ਦੇ ਵਿੱਚ ਰੁੱਝੇ ਆ, ਆਖਰੀ ਲੜਾਈ ਲੜਨੀ ਜਾ ਰਹੇ ਆ। ਇਸ ਤੋਂ ਮਗਰੋਂ ਪੌੜੀ ਦੇ ਅਖੀਰਲੇ ਡੰਡੇ ਤੋਂ ਡਿੱਗ ਗਏ ਤੇ ਸਮਝ ਲਓ ਖਤਮ ਆ। ਇਸ ਕਰਕੇ ਜਿੰਨੇ ਤੁਹਾਡੇ ਸੋਰਸ, ਜਿੰਨੀਆਂ ਤੁਹਾਡੀਆਂ ਤਾਕਤਾਂ, ਜਿੱਥੇ ਜਿੱਥੇ ਤੁਹਾਡੇ ਲਿੰਕ ਨੇ, ਉੱਥੇ ਉੱਥੇ ਟੈਲੀਫੋਨ ਕਰਕੇ 23 ਤਰੀਕ ਤੋਂ ਪਹਿਲਾਂ ਦਿੱਲੀ ਦਾ ਚੁਫੇਰਾ ਮੰਨ ਲਓ। ਜਿੱਤ ਤੁਹਾਡੇ ਕਦਮਾਂ 'ਚ, ਮੈਂ ਸਮਝਦਾ ਜਿੱਤ ਤੁਹਾਡਾ ਇੰਤਜ਼ਾਰ ਕਰਦੀ ਏ। ਇੰਨੀਆਂ ਬੇਨਤੀਆਂ ਕਰਦਾ, ਜੇ ਕੋਈ ਗਲਤ ਸ਼ਬਦ ਵਰਤ ਗਿਆ ਵਾ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਤਾਂਗੇ ਜ਼ਰੂਰ, ਜੰਗ ਜਾਰੀ।
ਜਾਰੀ ਰੱਖੋ। ਜਾਰੀ ਰੱਖਿਓ। ਧੰਨਵਾਦ ਜੀ। ਇਹ ਹੈਗਾ ਜੀ ਖਾਲਸਾ ਏਡ ਦਾ ਮਾਲ ਜੋ ਇਹਨਾਂ ਨੇ ਬਣਾਇਆ ਹੋਇਆ। ਸਾਰਾ ਸਮਾਨ ਦਿੰਦੇ ਆ ਇੱਥੇ। ਦੇਖੋ ਜਿਹਨੂੰ ਲੋੜ ਹੈ, ਜੋ ਚੀਜ਼ ਚਾਹੀਦੀ ਹੈ। ਆ ਦੇਖੋ ਬਾਪੂ ਜੀ ਨੇ ਲਿਫਾਫਾ ਲੈ ਕੇ ਆਏ ਆ। ਆ ਜੀ ਹੁੱਕਾ ਵੀ ਚੱਲਦਾ ਨਾਲ ਦੀ ਨਾਲ। ਸੋ ਹਾਂਜੀ ਅਸੀਂ ਸਾਰਾ ਘੁੰਮ ਕੇ ਆਏ ਸੀਗੇ ਆਪਣੇ ਲੰਗਰ 'ਚ। ਹੁਣ ਅਸੀਂ ਸੇਵਾ ਕਰ ਰਹੇ ਹਾਂ ਥੋੜ੍ਹਾ ਟਾਈਮ ਚੋਂ ਟਾਈਮ ਕੱਢ ਕੇ। ਸਾਰਿਆਂ ਨੂੰ ਰਿਕੁਐਸਟ ਹੈ ਕਿ ਜਾਓ ਜਿੰਨੇ ਵੀ ਜਾ ਸਕਦੇ ਹੋ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਇਕੱਠ ਬਹੁਤ ਜ਼ਿਆਦਾ ਦਿਨ ਪਰ ਦਿਨ ਵਧੀ ਜਾ ਰਿਹਾ। ਹੁਣ 26 ਤਰੀਕ ਦਾ ਐਲਾਨ ਕੀਤਾ ਹੋਇਆ ਕਿਸਾਨ ਯੂਨੀਅਨ ਵਾਲਿਆਂ ਨੇ। ਇਸ ਤੋਂ ਬਾਅਦ ਅਸੀਂ ਸੇਵਾ ਕਰਨ ਤੋਂ ਬਾਅਦ ਵੀ ਘਰ ਨੂੰ ਆ ਗਏ ਸੀਗੇ। ਓਕੇ ਜੀ, ਬਾਏ ਬਾਏ, ਰੱਬ ਰੱਖਾ। ਮਿਲਦੇ ਹਾਂ ਅਗਲੇ ਬਲੌਗ 'ਚ। ਬਾਏ ਬਾਏ।